ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਭਾਈ ਰਾਮ ਕੌਰ ਜੀ ਦਾ ਜਿਹੜਾ ਚਰਿੱਤਰ ਹੈ ਉਹ ਬੜਾ ਸੁੰਦਰ ਸੀ, ਜਿਨ੍ਹਾਂ ਨੇ ਕਿ ਸਤਿਗੁਰੂ ਸਾਹਿਬਾਨਾਂ ਦੀ ਕਥਾ ਨੂੰ ਸੁਣਾਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਜਿਹੜੇ ਪ੍ਰੇਮ ਦੇ ਪਾਣੀ ਦੇ ਨਾਲ ਗੁਰੂ ਦੇ ਜਸ ਰੂਪੀ ਬੂਟੇ ਨੂੰ ਪਾਲਦੇ ਨੇ, ਨਾਲੇ ਤੇ ਉਹਨਾਂ ਦੇ ਕੋਲ ਉਸ ਬੂਟੇ ਦੀ ਸੁਗੰਧੀ ਰਹਿੰਦੀ ਹੈ ਤੇ ਨਾਲੇ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸਭ ਸਰੋਤਾ ਬਚ ਕਹਿਤ ਪੇ, ਹਾਥ ਜੋੜ ਹੋਏ ਦੀਨ। ਹਰ ਗੋਬਿੰਦ ਕੇ ਜਨਮ ਕੀ, ਕਹੋ ਕਥਾ ਪਰਬੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸਰੋਤਿਆਂ ਨੇ ਹੱਥ ਜੋੜ ਕੇ ਭਾਈ ਰਾਮ ਕੌਰ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ ਕਿ ਹੇ ਭਾਈ ਰਾਮ ਕੌਰ ਜੀ, ਕਿਰਪਾ ਕਰਕੇ ਹੁਣ ਸ੍ਰੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਜਿਹੜੀ ਕਥਾ ਹੈ ਨਾ, ਉਸ ਨੂੰ ਸੁਣਾਓ। ਸੁਣ ਕੈ ਸਾਹਿਬ ਰਾਮ ਕੌਰ, ਕਹਿਤ ਭਏ ਸੁਖ ਦਾਏ। ਜਦੋਂ ਸਰੋਤਿਆਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਉਸ ਵੇਲੇ ਫਿਰ ਸਾਹਿਬ ਰਾਮ ਕੌਰ ਜੀ ਜਿਹੜੇ ਨੇ, ਉਹਨਾਂ ਨੇ ਸੁਖਦਾਈ ਬਚਨ ਕੀਤੇ। ਕਹਿੰਦੇ ਨੇ, ਆਦ ਅੰਤ ਸਭ ਕਹਿਤ ਹੋ, ਸੁਣੋ ਕਥਾ ਮਨ ਲਾਏ। ਭਾਈ ਰਾਮ ਕੌਰ ਜੀ ਕਹਿੰਦੇ ਨੇ ਕਿ ਆਦ ਤੋਂ ਲੈ ਕੇ ਅਖੀਰ ਤੱਕ ਮੈਂ ਕਥਾ ਨੂੰ ਸੁਣਾਉਣਾ ਹਾਂ, ਤੁਸੀਂ ਚਿੱਤ ਨੂੰ ਲਾ ਕੇ ਇਸ ਕਥਾ ਨੂੰ ਸ਼ਰਵਣ ਕਰੋ। ਜਹ ਕਹਿ ਗੁਰ ਸਿੱਖੀ ਹੋਤੀ, ਬਿਦ ਤਿਉ ਏਵ ਪ੍ਰਸੰਗ। ਸਰਬ ਜਗਤ ਮੈਂ ਜਸ ਮਹਾ, ਕਰਹਿ ਸੁਅਜਲ ਰੰਗ। ਭਾਈ ਰਾਮ ਕੌਰ ਜੀ ਨੇ ਕਹਿਣਾ ਸ਼ੁਰੂ ਕੀਤਾ ਕਿ ਜਿੱਥੇ ਕਿਥੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਬਹੁਤ ਹੀ ਜ਼ਿਆਦਾ ਪ੍ਰਗਟ ਹੋਈ ਸੀ। ਸਰਬ ਜਗਤ ਮੈਂ ਜਸ ਮਹਾ, ਮਾਨੋ ਕਿ ਸਾਰੇ ਜਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਜਲ ਜਿਹੜਾ ਜਸ ਹੈ ਨਾ, ਉਹ ਛਾਇਆ ਹੋਇਆ ਸੀ। ਸੋਹਣੇ ਦੇਸ਼ ਦੇਸ਼ ਹੂੰ ਤੇ ਆਏ ਹੈ, ਅਸ਼ੇਸ਼ ਸਿੱਖ ਭੇਟਨ ਬਸ਼ੇਸ਼ ਕੋ ਚੜਾਵੇਂ ਪਗ ਸੀਸ ਧਰ। ਦੇਸ਼ਾਂ ਦੇਸ਼ਾਂ ਤੋਂ ਬਹੁਤ ਸਾਰੀ ਜਿਹੜੀ ਸੰਗਤ ਹੈ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੀ ਹੈ, ਔਰ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀਆਂ ਭੇਟਾਂ ਨੇ ਕੀਮਤੀ, ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਕੀਤੀ ਜਾਂਦੀ ਹੈ। ਗਾਦੀ ਪੈ ਬਿਰਾਜੇ ਗੁਰੂ ਅਰਜਨ, ਬੈਠੇ ਬੀਚ ਕਰਾਮਾਤ ਪੂਰਨ, ਸੋ ਜੋਤ ਜਗਦੀਸ਼ ਧਰ। ਭਾਈ ਰਾਮ ਕੌਰ ਜੀ ਕਹਿੰਦੇ ਨੇ ਕਿ ਆਪਣੀ ਗੱਦੀ ਦੇ ਉੱਤੇ ਬਿਰਾਜਦੇ ਹਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਸਭਾ ਦੇ ਵਿੱਚ ਬੈਠ ਕੇ ਦਰਸ਼ਨ ਦਿੰਦੇ ਨੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਕਰਾਮਾਤਾਂ ਦੇ ਪੂਰਨ ਨੇ,
और जिन्हां दी जोत मानो के परमेश्वर दी जोत है। बाँचत को देते हैं आनंद हो को होते हैं, दुखन हार लेते हैं सो दासन आशीष तार। भाई राम कौर जी दसदे ने कि जो कोई मंगदा है वैसी मुराद सतगुरु अर्जन देव सच्चे पातशाह जी बख्शदे ने। सारिਆਂ ਨੂੰ आनंद ਦਾ ਦਾਨ ਦਿੰਦੇ ਨੇ, ਸਾਰਿਆਂ ਦੇ ਦੁੱਖਾਂ ਨੂੰ ਹਰ ਲੈਂਦੇ ਨੇ और अपने दासां ਨੂੰ ਅਸੀਸਾਂ ਦਿੰਦੇ ਨੇ। केऊ रह पास रह जमहु को त्रास, बहु धारे गुण रास को निवारे बोह रीस तार। कहंदे ने कि कई सतगुरु सच्चे पातशाह जी दे कोल रहिंदे ने। जमहु को त्रास बहु धारे गुण रास को, मानो कि जेड़े जमा दे त्रास तो डरदे ने ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਵਾਸ ਕਰਦੇ ਨੇ। ਰੀਸ ਬਰੀਸੀ ਸਤਿਗੁਰਾਂ ਦੇ ਕੋਲ ਮੋਕਸ਼ ਦੀ ਪ੍ਰਾਪਤੀ ਦੇ ਵਾਸਤੇ ਬਹੁਤ ਸਾਰੇ ਲੋਕ ਰਹਿੰਦੇ ਨੇ। ਸੰਗਤ ਪਿਤਾ ਨੇ ਦੀਨੀ ਥੋੜੀ ਕੁਛ ਆਵੇ ਤਾਹਾਂ, ਪ੍ਰਿਥੀ ਸੋ ਮਹਾਦੇਵ ਹੇਤ ਗੁਜਰਾਨ ਕੇ। ਹੁਣ ਦੂਸਰੇ ਪਾਸੇ ਕਵੀ ਜੀ ਕਹਿੰਦੇ ਨੇ ਕਿ ਸੰਗਤ ਸਾਰੀ ਤਾਂ ਪਿਤਾ ਗੁਰੂ ਰਾਮਦਾਸ ਜੀ ਨੇ गुरु अर्जन देव सच्चे पातशाह जी नूं दित्ती सी, पर थोड़ी कुछ संगत उत्थे भाव के पृथ्वी ते महादेव दे कोल भी आउंदी सी। कारामात साहिब सो एक गुरु अर्जन, तासो द्वैश ठाने नहीं साक ही पछाण कै। हुण जिहड़ी संगत पृथ्वी दे कोल ते महादेव दे कोल थोड़ी बहुती आउंदी है, उस संगत दी भेटा दे नाल पृथ्वी दा और महादेव दा गुजारा चलदा है। ग्रंथाकार भाई संतोख सिंह जी लिखते ने कि करामात ते सतगुरु अर्जन देव सच्चे पातशाह जी दे विच सी, पर दूसरे पासे जिहड़ा पृथ्वी ते महादेव है वो सतगुरु अर्जन देव सच्चे पातशाह जी दे नाल द्वेष भाव रखते ने। नहीं साख ही पछाण के, कहण तो भाव यह है कि वो साख नहीं पछाणदे सतगुरु सच्चे पातशाह जी नूं, मानो कि अपना वैरी जानते। दरब उदार आवे चलो देश चार होते, अनेक पदार्थ अनूठे गत दान के। बहुत सारी जिहड़ी माया है वो देशां विदेशां तो चारे तरफां तो सतगुरु सच्चे पातशाह सतगुरु अर्जन देव सच्चे पातशाह जी दे चरणां दे विच पहुंचदी है, और सतगुरु सच्चे पातशाह जी मानो कि सिखां नूं मोक्ष दा दान दिंदे ने। जारी हूं न जाए जार जाए दुख पाए कर, हो तो लग प्रात पायो ऐश्वर्य महान को। पर दूसरे पासे ये जिहड़ी आ रही माया है ये जरी नहीं जाती पृथ्वी तो और महादेव तो। कहंदे ने कि इस नूं देख के वो सड़ जाते ने, उन्हां दे हिरदे नूं बड़ा दुख लगदा है। सोचते ने हो तो लग प्रात पायो ऐश्वर्य महान, कि ते साडा छोटा भरा सी, ਇਹਦੀ ਵਡਿਆਈ ਛੋਟੀ ਹੋਣੀ ਚਾਹੀਦੀ ਸੀ, ਪਰ ਛੋਟਾ ਭਰਾ ਹੋਣ ਦੇ ਨਾਤੇ ਇਹਦੀ ਸਗੋਂ ਜਿਹੜੀ ਵਡਿਆਈ ਹੈ ਨਾ ਉਹ ਸਾਡੇ ਤੋਂ ਵੱਡੀ ਹੋ ਰਹੀ। को दिन बीत गए गादी गोरता के लिए, मेला तब आयो महामेघ संक्रांत को। ਹੁਣ ਰਾਮ ਕੌਰ ਜੀ ਸੁਣਾ ਰਹੇ ਨੇ ਸਾਖੀ ਕਿ ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤੇ ਬੈਠਿਆਂ ਕਾਫੀ ਸਾਰੇ ਵਰੇ ਬਤੀਤ ਹੋ ਗਏ। आखिरकार एक बार मेला आया है संक्रांत का, वैसाखी का मेला आ गया है। मिली दूर दूर होते संगत हजूर गण, पूरन पदार्थ दरब पूर पांत को। वैसाखी दे मेले दे विच दूरां दूरां तो संगतां पहुंचियां ने अपनी शिरकत करन दे वास्ते, और सतगुरु सच्चे पातशाह सतगुरु अर्जन देव सच्चे पातशाह जी दे हजूर संगतां ने मानो के बहुत सारे भेटा दे वास्ते पैसे लियांदे ने और पदार्थ लियांदे ने तरह तरह दे। बैठे गोरे अर्जन हेर कर अर्जन, साखा अर्जन के स्वरूप सुख दात को। कहंदे ने कि बैठे ने सतगुरु अर्जन देव सच्चे पातशाह जी, सारे सतगुरु अर्जन देव सच्चे पातशाह जी नूं देख देख के अर्जां कर रहे ने। सखा अर्जन के स्वरूप सुखदात को, जेड़े सतगुरु सच्चे पातशाह जी मानो के सखा अर्जन दे स्वरूप ने, क्योंकि भगवान कृष्ण जी सखा सन अर्जन जी दे। हुण अर्जन शब्द नूं वखरी वखरी जगह दे उत्ते
ਵੱਖਰੇ ਵੱਖਰੇ ਅਰਥ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ। ਬੈਠੇ ਗੁਰੂ ਅਰਜਨ, ਇੱਥੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਂ ਤੋਂ ਭਾਵ ਹੈ ਕਿ ਗੁਰੂ ਅਰਜਨ ਜੀ ਬੈਠੇ ਨੇ। ਹੇਰ ਕਰੈ ਅਰਜਨ, ਫਿਰ ਕਹਿੰਦੇ ਨੇ ਕਿ ਸੰਗਤਾਂ ਵੇਖ ਕੇ ਅਰਜ਼ਾਂ ਕਰਦੀਆਂ ਨੇ, ਇੱਥੇ ਅਰਜਨ ਤੋਂ ਭਾਵ ਹੈ ਅਰਜ਼ਾਂ ਕਰਨ ਤੋਂ। ਫਿਰ ਕਹਿੰਦੇ ਨੇ ਸਖਾ ਅਰਜਨ, ਜਿਹੜੇ ਕਿ ਸਖਾ ਨੇ, ਪਿਆਰੇ ਨੇ, ਪ੍ਰਿਯ ਨੇ ਅਰਜਨ ਦੇ ਪ੍ਰਿਯ ਸਨ ਭਗਵਾਨ ਕ੍ਰਿਸ਼ਨ ਜੀ। ਹੁਣ ਕਹਿੰਦੇ ਨੇ ਕਿ ਭਗਵਾਨ ਕ੍ਰਿਸ਼ਨ ਜੀ ਦਾ ਸਰੂਪ ਸੁਖਦਾਈ ਗੁਰੂ ਅਰਜਨ। ਭੇਟ ਤਰੇ ਆਏ ਆਏ ਜਾਚਾ ਚਿਤ ਚਾਏ ਚਾਏ, ਪਾਏ ਪਾਏ ਬਰ ਕੋ ਹਰਖ ਪਰ ਜਾਤ ਕੋ। ਆਪਣੀਆਂ ਭੇਟਾਵਾਂ ਨੂੰ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਦੇ ਨੇ। ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਿਆਨ ਕਰਦੇ ਨੇ। ਚਾਅ ਚਾਅ ਦੇ ਨਾਲ ਮੰਗਾਂ ਦੀ ਪੂਰਤੀ ਕਰਵਾਉਂਦੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਖੁਸ਼ੀ ਦੇ ਨਾਲ ਸਾਰਿਆਂ ਨੂੰ ਵਰਦਾਨ ਦੇ ਜਾਂਦੇ। ਆਇਓ ਸਿੱਖ ਇੱਕ ਬਾਰ ਜੇਵਰ ਕੋ ਲਿਆਏ ਧਰਿਓ, ਤੇਵਰ ਮਨੋਹਰ ਚੜਾਇਓ ਹਾਥ ਬੰਦ ਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਸਿੱਖ ਸੰਗਤ ਦੇ ਵਿੱਚ ਪਹੁੰਚਿਆ ਹੈ ਜਿਨੇ ਕਿ ਬਹੁਤ ਹੀ ਸਾਰਾ ਕੀਮਤੀ ਇੱਕ ਜੇਵਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ ਹੈ। ਇਸ ਤੋਂ ਇਲਾਵਾ ਤੇਵਰ ਮਨੋਹਰ ਚੜਾਇਓ ਹਾਥ ਬੰਦ ਕੈ, ਤਿੰਨ ਜਿਹੜੇ ਕੱਪੜੇ ਨੇ ਨਾ ਉਹ ਜਨਾਨੀਆਂ ਦੇ ਪਹਿਨਣ ਵਾਲੇ ਉਸਨੇ ਅੱਗੇ ਰੱਖੇ। ਬੇਨਤੀ ਸੁਣਾਈ ਦੇਹੋ ਮੰਦਰ ਪੁਚਾਈਏ ਹੋ, ਭਾਵਨਾ ਪੂਰੇ ਹੋ ਮੇਰੀ ਦਾਨੀ ਹੋ ਆਨੰਦ ਕੇ। ਹੁਣ ਉਸ ਸਿੱਖ ਦੇ ਮਨ ਦੀ ਇਹ ਭਾਵਨਾ ਹੈ ਕਿ ਇਹ ਜਿਹੜੇ ਕੱਪੜੇ ਨੇ ਤੇ ਇਹ ਜਿਹੜੇ ਜੇਵਰ ਨੇ ਉਹ ਮਾਨੋ ਕਿ ਸਤਿਗੁਰਾਂ ਦੇ ਮਹਿਲ ਗੰਗਾ ਜੀ ਪਹਿਨਣ। ਇਸ ਕਰਕੇ ਸਿੱਖ ਨੇ ਹੱਥ ਜੋੜ ਕੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨਾਂ ਨੂੰ ਮੰਦਿਰ ਦੇ ਵਿੱਚ ਭਾਵ ਕੇ ਆਪਣੇ ਮਹਿਲਾਂ ਦੇ ਵਿੱਚ ਪਹੁੰਚਾ ਦਿਓ। ਮੇਰੀ ਭਾਵਨਾ ਇਹੀ ਹੈ ਕਿ ਇਹ ਤੁਹਾਡੇ ਮਹਿਲ ਆਪਣੇ ਸਰੀਰ ਦੇ ਉੱਤੇ ਧਾਰਨ ਕਰਨ। ਦਾਨੀ ਹੋ ਆਨੰਦ ਕੇ, ਸੱਚੇ ਪਾਤਸ਼ਾਹ ਤੁਸੀਂ ਆਨੰਦ ਦਾ ਦਾਨ ਦੇਣ ਵਾਲੇ ਦਾਨੀ। ਕਹਿਓ ਮਾਨ ਦਾਸ ਕੋ ਪਠਾਇਓ ਸੋ ਆਵਾਸ ਕੋ, ਬਿਲੋਕਿਓ ਛਬ ਰਾਸ ਕੋ ਜੋ ਮੋਲ ਧਨ ਬ੍ਰਿੰਦ ਕੇ। ਸਤਿਗੁਰਾਂ ਨੇ ਸਿੱਖ ਦੀ ਅਰਜ਼ ਨੂੰ ਪ੍ਰਵਾਨ ਕੀਤਾ। ਉਹਦੀ ਗੱਲ ਨੂੰ ਮੰਨ ਕੇ ਸਤਿਗੁਰਾਂ ਨੇ ਉਹ ਕੱਪੜੇ ਤੇ ਉਹ ਜੇਵਰ ਘਰ ਦੇ ਵਿੱਚ ਭੇਜ ਦਿੱਤੇ ਨੇ। ਬਿਲੋਕਿਓ ਛਵੀ ਰਾਸ ਕੋ ਜੋ ਮੋਲ ਧਨ ਬ੍ਰਿੰਦ ਕੋ, ਗੰਗਾ ਜੀ ਦੇਖ ਕੇ ਉਹਨਾਂ ਕੀਮਤੀ ਕੱਪੜਿਆਂ ਨੂੰ ਤੇ ਜੇਵਰਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਜਿਹੜੇ ਕੱਪੜੇ ਤੇ ਜੇਵਰ ਮੰਨੋ ਕਿ ਬਹੁਤਾ ਸਾਰਾ ਧਨ ਲਾ ਕੇ ਬਣਾਏ ਹੋਏ ਸੀ। ਗੰਗਾ ਹਰ ਖਾਈ ਅੰਗ ਪਹਿਰੇ ਸੁਹਾਈ ਬਹੁ, ਗੁਰਤਾ ਬੜਾਈ ਜਾਣ ਕੰਤੈ ਬਿਲੰਦ ਕੇ। ਗੰਗਾ ਜੀ ਨੇ ਕੱਪੜਿਆਂ ਨੂੰ ਪਹਿਨਿਆ ਹੈ, ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਨੂੰ ਵੱਡਾ ਕਰਕੇ ਜਾਣੇ। ਸੰਗਤ ਬ੍ਰਿੰਦ ਵਿਦਾ ਕਰ ਦੀਏ, ਸਿਰੋ ਪਾਓ ਜਥੋ ਚਿਤ ਜਾਣੇ। ਜਦੋਂ ਵਿਸਾਖੀ ਦੇ ਮੇਲੇ ਦੀ ਸਮਾਪਤੀ ਹੋਈ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਕਹਿੰਦੇ ਨੇ ਕਿ ਵੱਡੇ ਵੱਡੇ ਸਰੂਪੇ ਦੇ ਕੇ ਵਿਦਾ ਕੀਤਾ। ਕੇਤਕ ਪੈ ਬਹੁ ਕੀਨ ਖੁਸ਼ੀ ਤਨ, ਪੂਤਨ ਕੇ ਜੋ ਮਨੋਰਥ ਠਾਨੇ। ਕਈਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਸਾਰੀ ਖੁਸ਼ੀ ਕੀਤੀ। ਜਿਨ੍ਹੇ ਧਨ ਦੀ ਮੰਗ ਕੀਤੀ ਉਹਨੂੰ ਧਨ ਦਿੱਤਾ, ਜਿਨ੍ਹੇ ਪੁੱਤਰ ਦੀ ਕਾਮਨਾ ਕੀਤੀ ਉਹਦੇ ਪੁੱਤਰ ਦੀ ਕਾਮਨਾ ਨੂੰ ਸਤਿਗੁਰਾਂ ਨੇ ਪੂਰਾ ਕੀਤਾ। ਸ੍ਰੀ ਗੁਰਅੰਤ ਸਹਾਇਕ ਹੋਵੋ, ਕੇਤਕ ਨ ਇਹ ਭਾਂਤ ਬਖਾਨੇ। ਕਈਆਂ ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤ ਦੇ ਵੇਲੇ ਤੁਸੀਂ ਸਾਡੇ ਸਹਾਇਕ ਬਣਨਾ। ਕੇਤਕ ਕੋ ਸਤਨਾਮ ਲਗਾਇਓ, ਕੇਤਕ ਗਿਆਨ ਤੇ ਕੀਨ ਮਹਾਨੇ। ਜਿਨ੍ਹਾਂ ਸਿੱਖਾਂ ਨੇ ਇਹ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਅੰਤ ਦੇ ਵੇਲੇ ਸਹਾਈ ਹੋਣਾ, ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਡੀ ਜ਼ਰੂਰ ਰੱਖਿਆ ਕਰਾਂਗਾ। ਕਈਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੱਤਾ। ਕਈਆਂ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੇ ਗਿਆਨ ਦੀ ਪ੍ਰਾਪਤੀ ਕਰਵਾਈ। ਭਾਂਤ ਅਨੇਕਨ ਕੇਰ ਮਨੋਰਥ,
ਸਿੱਖਣ ਕੇ ਸਭ ਪੂਰਨ ਕੀਨੇ। ਤਰ੍ਹਾਂ ਤਰ੍ਹਾਂ ਦੇ ਅਨੇਕਾਂ ਹੀ ਜਿਹੜੇ ਸਿੱਖਾਂ ਦੇ ਮਨ ਦੇ ਮਨੋਰਥ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇ ਸਾਰੇ ਪੂਰੇ ਕੀਤੇ। ਜਾਤ ਪਏ ਨਿਜ ਧਾਮਣ ਕੋ, ਅਵਿਰਾਮ ਕਹਿ ਜਸ ਕੋ ਰਸ ਪੀਨੇ। ਇਸ ਤਰ੍ਹਾਂ ਦੀਆਂ ਖੁਸ਼ੀਆਂ ਲੈ ਕੇ, ਵਰਦਾਨ ਲੈ ਕੇ ਸਾਰੀ ਦੀ ਸਾਰੀ ਸੰਗਤ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚੀ ਹੈ। ਜਿੱਥੇ ਜਿੱਥੇ ਵੀ ਸਾਰੇ ਪਹੁੰਚੇ ਨੇ, ਹਰ ਇੱਕ ਜਗ੍ਹਾ ਤੇ ਜਾ ਕੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਦਾ ਬਿਆਨ ਕੀਤਾ। ਸੁੰਦਰ ਰੂਪ ਸੁਸ਼ੀਲ ਮਹਾਬਰ, ਦੇਤ ਉਦਾਰ ਸਮਾਨ ਸੋ ਚੀਨੇ। ਸੰਗਤਾਂ ਹਰ ਇੱਕ ਜਗ੍ਹਾ ਤੇ ਜਾ ਕੇ ਸਤਿਗੁਰਾਂ ਦਾ ਜਸ ਕਰਦੀਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਬੜਾ ਸੁੰਦਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਸੁਸ਼ੀਲ ਨੇ, ਔਰ ਕਹਿੰਦੇ ਨੇ ਵੱਡੇ ਦਿਆਲੂ ਨੇ, ਜਿਹੜੇ ਕਿ ਵਰਦਾਨ ਦਿੰਦੇ ਨੇ ਉਹਨਾਂ ਦੇ ਵਰਗਾ ਹੋਰ ਕੋਈ ਵੀ ਉਦਾਰ ਨਹੀਂ। ਸ੍ਰੀ ਗੋਰਨੰਦ ਬਿਲੰਦ ਗੁਣੋ ਕਰ, ਰੂਪ ਮੁਕੰਦ ਆਵੈ ਬਰ ਦੀਨੇ। ਕਹਿੰਦੇ ਨੇ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਡੇ ਗੁਣਾਂ ਦੇ ਮਾਲਕ ਨੇ, ਔਰ ਮੰਨੋ ਕਿ ਮੁਕਤੀ ਦਾ ਰੂਪ ਨੇ, ਜਿਹੜੇ ਕਿ ਸਾਰਿਆਂ ਨੂੰ ਅਭੈ ਦਾ ਦਾਨ ਦਿੰਦੇ ਨੇ, ਨਿਡਰ ਕਰਦੇ ਨੇ। ਫੇਰ ਗਏ ਗੁਰ ਮੰਦਰ ਕੋ, ਪਿਖ ਗੰਗ ਉਠੀ ਔਰ ਮੈਂ ਹਰ ਖਾਈ। ਸੰਗਤਾਂ ਨੂੰ ਵਿਦਾ ਕਰਕੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵੱਲ ਗਏ ਨੇ। ਜਦੋਂ ਮਹਿਲਾਂ ਦੇ ਵਿੱਚ ਪਹੁੰਚੇ ਤੇ ਮਾਤਾ ਗੰਗਾ ਜੀ ਬੜੀ ਖੁਸ਼ੀ ਦੇ ਨਾਲ ਉੱਠ ਕੇ ਖੜੇ ਹੋਏ ਨੇ। ਤੇਵਰ ਜ਼ੇਵਰ ਕੀ ਸਭ ਬਾਤ ਸੋ ਪੂਛਤ ਪੀ, ਇਹ ਭੇਟ ਜੋ ਆਈ। ਜਿਹੜੇ ਜ਼ੇਵਰ ਤੇ ਜਿਹੜੇ ਕੱਪੜੇ ਭੇਜੇ ਸਨ ਸਤਿਗੁਰਾਂ ਨੇ ਗੰਗਾ ਦੇ ਵਾਸਤੇ, ਉਹਨਾਂ ਦੇ ਬਾਰੇ ਮਾਤਾ ਗੰਗਾ ਜੀ ਪੁੱਛ ਰਹੇ ਨੇ, ਇਹ ਕਿਤ ਭੇਟ ਜੋ ਆਏ ਸੱਚੇ ਪਾਤਸ਼ਾਹ, ਇਹ ਕਿਸਨੇ ਆਣ ਕੇ ਭੇਟਾ ਰੱਖੇ ਨੇ। ਕੀਨ ਅਜਾਇਬ ਮੋਲ ਮਹਾਨ ਕੋ, ਦੇਸ਼ ਕਿਸੂ ਮੇ ਪਾਇਦ ਕਾਈ। ਗੰਗਾ ਜੀ ਕਹਿੰਦੇ ਨੇ ਕਿ ਬੜੇ ਅਜੀਬ ਤੇ ਬੜੇ ਮਹਿੰਗੇ ਮੁੱਲ ਨੂੰ ਲਾ ਕੇ ਇਹ ਬਣੇ ਹੋਏ ਵਸਤਰ ਤੇ ਜੇਵਰ ਨੇ। ਸੱਚੇ ਪਾਤਸ਼ਾਹ ਕਿਹੜੇ ਦੇਸ਼ ਦਾ, ਕਿਹੜੇ ਇਲਾਕੇ ਦਾ ਰਹਿਣ ਵਾਲਾ ਸਿੱਖ ਸੀ ਜਿਹਨੇ ਤੁਹਾਡੇ ਚਰਨਾਂ ਦੇ ਵਿੱਚ ਇਹ ਵੱਡੀ ਭੇਟਾ ਰੱਖੀ। ਰਾਵਰ ਕੇ ਚਰਨਾ ਬੁਝ ਕੋ ਅਰਪਿਓ, ਕਰ ਪਾਵਨੀ ਸੋ ਛਬ ਪਾਈ। ਤੁਹਾਡੇ ਚਰਨ ਕਮਲਾਂ ਦੇ ਵਿੱਚ ਜਿਨਨੇ ਇਹ ਵੱਡੀ ਭੇਟਾ ਅਰਪਣ ਕੀਤੀ ਹੈ ਸੱਚੇ ਪਾਤਸ਼ਾਹ, ਉਹ ਕੌਣ ਸੀ, ਉਸ ਦੀ ਕੀ ਮਨ ਦੀ ਭਾਵਨਾ ਸੀ। ਪਣ ਨਿਜ ਪਾਰ ਜਸੋ ਅਰਜ ਸ਼੍ਰਵਣ ਕਰ, ਵੱਡੇ ਗੁਰੂ ਨਾਨਕ ਪ੍ਰਤਾਪ ਸਭ ਦੇਸ਼ ਕਰ। ਜਦੋਂ ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸ੍ਰੇਸ਼ਟ ਬੁੱਧੀ ਵਾਲੀਏ ਸੁਣ, ਵੱਡੇ ਗੁਰੂ ਨਾਨਕ ਪ੍ਰਤਾਪ ਸਭ ਦੇਸ਼ ਕਰ। ਵੱਡੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਦੇਸ਼ ਦੇ ਵਿੱਚ ਆਪਣਾ ਜਿਹੜਾ ਪ੍ਰਤਾਪ ਹੈ ਨਾ ਉਹ ਫੈਲਾਇਆ ਹੋਇਆ। ਕਾਲੀ ਕਾਲ ਪਾਰੀ ਜਾਣ, ਸਿੱਖੀ ਬਿਸਤਾਰੀ ਆਣ, ਵਿਸ਼ੈ ਬਿਸਤਾਰੀ ਸਤਨਾਮ ਦੇ ਵਿਸ਼ੇਸ਼ ਕਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁਗ ਦਾ ਵੱਡਾ ਜ਼ੋਰ ਜਾਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ, ਔਰ ਸਿੱਖੀ ਦਾ ਬਹੁਤ ਜ਼ਿਆਦਾ ਆਣ ਕੇ ਦੁਨੀਆ ਦੇ ਉੱਤੇ ਵਿਸਥਾਰ ਕੀਤਾ। ਵਿਸ਼ੈ ਵਿੱਚ ਤਾਰੀ, ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸ਼ਿਆਂ ਦੀ ਜਿਹੜੀ ਜ਼ਹਿਰ ਸੀ ਨਾ ਉਸ ਨੂੰ ਨਾਸ਼ ਕੀਤਾ। ਸਤਨਾਮ ਦੇ ਵਿਸ਼ੇਸ਼ ਕਰ, ਸੱਚਾ ਪਰਮੇਸ਼ਰ ਦਾ ਵਿਸ਼ੇਸ਼ ਰੂਪ ਦੇ ਵਿੱਚ ਨਾਮ ਦੇ ਕੇ। ਆਵੇਂ ਦੂਰ ਦੂਰ ਤੇ ਉਪਾਇਨ ਕੋ ਪੂਰ ਲਿਆਏ, ਪੂਰਨ ਮਨੋਰਥ ਦੂਰ ਮੈਂ ਆਸ਼ੇਸ਼ ਕਰ। ਕਹਿੰਦੇ ਨੇ ਕਿ ਦੂਰਾਂ ਦੂਰਾਂ ਤੋਂ ਸੰਗਤਾਂ ਭੇਟਾ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਇਸ ਦਰਬਾਰ ਦੇ ਵਿੱਚ ਪਹੁੰਚਦੀਆਂ ਨੇ, ਤੇ ਉਹਨਾਂ ਸੰਗਤਾਂ ਦੀਆਂ ਜਿਹੜੀਆਂ ਭੇਟਾਂ ਨੇ ਨਾ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਦਰਬਾਰ ਦੇ ਵਿੱਚੋਂ ਪੂਰੀਆਂ ਹੁੰਦੀਆਂ। ਤੈਨੂੰ ਹੂੰ ਕੇ ਨਾਮ ਕਾਰਿਆਂ ਨੇ ਨਿਜ ਤਾਮ ਹੂੰ ਤੇ, ਚੀਰਿਆ ਵਿਰਾਮ ਤਨ ਮੁਕਤਾਦ ਬੇਸ ਕਰ।
सतगुरु अर्जन देव सच्चे पातशाह जी कहते हैं कि सतगुरु नानक देव सच्चे पातशाह जी के नाम के उत्ते ही ये जिहड़ी भेटा है ना, ये साडे घर दे विच पहुंची है। चीर अभिराम तन मुकदा बेस को, जिन्ने भी सोहने कपड़े अर्पण किए जाते हैं, जिन्ना भी गुरु घर दे विच धन अर्पण किया जाता है, इस तो इलावा हीरे मोती जिन्ने भी भेटा आउंदे ने, ये सारे दा सारा जिहड़ा सिहरा है ना, ये सतगुरु नानक देव सच्चे पातशाह जी दे सिर दे उत्ते। महमायो तंग गुरु नानक की सुनी गंग, महाप्रेम संग नामो कीन हाथ बंद कै। ग्रंथाकार भाई संतोख सिंह जी लिखते हैं कि सतगुरु अर्जन देव सच्चे पातशाह जी के मुखारबिंद तो सतगुरु नानक देव सच्चे पातशाह जी की वड्डी महिमा नूं श्रवण कीता गंगा जी ने। फिर गंगा जी ने उस वेले प्रेम दे नाल हथ जोड़ के नमस्कार कीते। ऐसे रामदास पोर पास कै बिताए समो, दास मेले आस तार पास है मुकंद के। इस तरीके दे नाल रामदासपुरी दे विच जिहड़े जिंदगी दे दिन ने वो सारियां दे बतीत होए ने। दास मिल के सतगुरु सच्चे पातशाह जी दे कोल मुक्ति दी आसा नूं धारण करके रहिंदे। जारीदार अंबर पटंबर सुहाए बड़ो, कब कब पैरे समेत है आनंद के। हुण मानो कि सतगुरु सच्चे पातशाह जी दे दरबार दे विच बहुत सारे जरीदार अंबर, बहुत सारे कपड़े, पटंबर, इस तो इलावा जिहड़ा पट रेशम दा कपड़ा है जां पशमीने दे वस्त्र ने, ये सारे दे सारे भेटा हुंदे ने। कदे कदे गंगा जी उन्हां नूं आनंद दे नाल पहनदे ने। नातर सुधार तर दासी जे संवार करें, बचन उचर बण्यो लागे धन बृंद को। जिन्ना भी घर दा चंगा ते कीमती साजो समान है, कवि जी कहते हैं कि गंगा जी कदे कदे उसकी वरतों करते हैं, नहीं तो उसनूं सुधार के साम के रख देंदे ने। दासियां सारे कपड़ियां नूं ते जेवरां नूं सामदियां ने। बचन उचरै बण्यो लागे धन बृंद को, दासियां नूं हदायत करन दे वास्ते गंगा जी कहते ने कि देखियो ध्यान दे नाल इन्हां कपड़ियां नूं रखियो, जिहड़े कपड़े मानो कि बहुता सारा धन ला के बने हुए। ग्रीम खबिताई रुत बरखा की आई, पुन घाटा कुमड़ाई जल तर छोरते। हुण लिखदे ने कवि जी कि गर्मी दी जिहड़ी रुत है वो बतीत हो गई है, अगे वरखा दी जिहड़ी रुत है वो आ गई है। मानो कि कालियां घटां ने आकाश नूं ढक लिया है, ते फिर उन्हां कालियां घटां दे विचों बहुत ज्यादा बदल वरिया मींह पिया। चारी मिट गई जब दासी सुध लई तब, सब पश अंबर पटंबर ले भोरते। कवि जी लिखते ने कि झड़ियां खत्म हो गईयां जदों पता लगा कि बरसात का मौसम चला गया है। फिर कहते ने कि दासी ने सारे कपड़ियां दी सुध लई है, ਜਿਹੜੇ कपड़े मानो कि पशंबर ने, पशमीने दे बने हुए कपड़ियां नूं कहंदे ने पशंबर। इस तो इलावा ਜਿਹੜੇ पटंबर ने, मानो कि ਜਿਹੜੇ कपड़े ने वधिया पट दे उस नूं कहंदे ने पटंबर। मानो कि पशमीने दे वस्त्र ते पट दे वस्त्र सारियां दी उस वेले दासी ने सुध लए। आतप लगावे हित पाए सो नकेत पर, बैठी है सुचेत करे राखी चहूं ओर ते। हुण कपड़ियां नूं धुप लवाउणी है, सलाबे दे नाल किते खराब ना हो जाण। सवेर होण दे नाल दासी सारे कपड़ियां नूं लैके कोठे दे उत्ते चढ़ गई है। आतप लगाए वे हित, मानो कि कपड़ियां नूं धुप लवाउण दे वास्ते कपड़ियां नूं उपर विछा दिता गया है। घर दी छत दे उत्ते बैठी हुआ सुचेत करे राखी चहूं ओर ते, मानो कि कीमती कपड़ियां दी राखी दे वास्ते और उन्हां नूं धुप लवाउण दे वास्ते दासी लागे बैठी है। इस तरीके दे नाल उस वेले सतगुरु सच्चे पातशाह जी दे घर दी शोभा सी। 1651वां साल चढ़िया, गईयां गर्मियां रुत बरसात आई। होई बरखा बहुत ही देश अंदर, कई कई दिन बदलां झड़ी लाई। कुछ दिन बहारिया साफ होई, घरों दासियां नूं दिता हुक्म माई।
ਕੱਢ ਕੱਪੜੇ कोठे ते पाओ सुकने, मतां लग कीड़ा ना किते जाए पाई। दिते खोल संदूक अपार कपड़, दिते खोल संदूक अपार कपड़, कड कड कोठे उत्ते जान पाई। जरीदार तेवर करतार सिंगा, लाइया कीमतां सिखां अपार पाई। करतार सिंह जी क्लास वाली लिखते ने कि इस तरीके दे नाल धुप लवाउण दे वास्ते कपड़ियां नूं उपर सुकने पाया। जरी बादले अतल साकीन खाबां, थान बखमलां ते पशमीनियां दे, दरियाई बनात बुखारियां दे, कई चिगण कड्डे उपर चीनियां दे। कारीगरियां कीतियां कारीगरां, कारीगरियां कीतियां कारीगरां, खर्च कीते होए कई महीनियां दे। सोने वस्त्र बहुत करतार सिंगा, पाए सुकने नाल करीनियां दे। करतार सिंह जी क्लास वाली लिखते हैं कि इस तरीके दे नाल धुप लवाउण दे वास्ते दासी ने कपड़ियां नूं खिलारिया कोठे दे उत्ते। बीथ कम जात लोक सुंदर बिलोक कर, सगरे सराह सिख लियायो सुख लोर ते। हुण गली दे विचों जिन्ने भी लोग लंघदे ने वो सारे दे सारे इन्हां सुंदर कपड़ियां दी शोभा दा बयान करदे ने। सारे बड़ी शलाघा करदे ने कि सिखां ने मानो कि अपने सुख दे लोड़ दे वास्ते सतगुरां नूं देखो किन्ने कीमती जिहड़े वस्त्र ने वो भेटा कीते होए। पृथ्वी की दासी देख ईरखा विशेष कर, गई तिस पार जाके पास वै सुनाई दीन। जिस तरह लोग लंघदे सन गली दे विचों ते लोग देख के शलाघा करदे सन, इसे तरह ग्रंथाकार भाई संतोख सिंह जी कहंदे ने कि पृथ्वी दी दासी भी गली दे विचों लंघी है, पर वो देख के कपड़ियां नूं खुश नहीं हुई, सगों बहुत ज्यादा उसने ईर्खा कीती ते उसने मानो कि पृथ्वी दी घर वाली कर्म नूं जाके ये सुध दिती। जेड़ा वेखदा ओहो ही दंग हुंदा, प्रेम सिखां दे ताईं सलाह जांदा। जगमगाहट कोठे उत्ते हो रही सी, ठहर वेखदा हर कोई राह जांदा। दासी पृथ्वी दी लंघी उस राहों, दासी पृथ्वी दी लंघी उस राहों, दुख काल जे ओदे नूं दाह जांदा। गई करमों दे पास करतार सिंगा, काली बोलदी नूं चढ़ सा जांदा। जदों पृथ्वी दी दासी वेख के गई ते कहंदे ने उस नूं साह चढ़िया होया ते काली दे नाल उसने आण के पृथ्वी दी घर वाली करमों नूं खबर दित्ती। तुमरी दराणी के लो भाई, शुभ चीरन हेर, आए किस देश ते बशेष तन लाए है। हुण आण के खबर दित्ती है दासी ने कि तेरी जिहड़ी दराणी है ਉਹਦੇ ਕੱਪੜਿਆਂ ਨੂੰ ਸੋਹਣਿਆਂ ਨੂੰ ਦੇਖ ਕੇ ਕਹਿੰਦੀ ਹੈ ਕਿ ਮੇਰਾ ਮਨ ਵੀ ਲੁਭਾਏਮਾਨ ਹੋ ਗਿਆ। ਆਏ ਕਿਸੇ ਦੇਸ਼ ਤੇ ਵਿਸ਼ੇਸ਼ ਧਨ ਲਾਏ ਕਿਨ, ਕਹਿੰਦੀ ਹੈ ਕਿ ਵਿਸ਼ੇਸ਼ ਧਨ ਨੂੰ ਲਾ ਕੇ ਜਿਹੜੇ ਕੱਪੜੇ ਨੇ ਉਹ ਬਣੇ ਹੋਏ ਨੇ ਕਿਸੇ ਦੂਰ ਦੇਸ਼ ਤੋਂ ਲੱਗਦਾ ਹੈ ਆਏ ਹੋਏ। आगे ना बिलो के अस सुने हूं ना कान कर, किसी पातशाह टिग होए किदू ना है चीन। ਕਰਮੋਂ ਦੀ ਦਾਸੀ ਕਰਮੋਂ ਨੂੰ ਕਹਿੰਦੀ ਹੈ ਕਿ ਅੱਗੇ ਇਸ ਤਰ੍ਹਾਂ ਦੇ ਸੁੰਦਰ ਤੇ ਕੀਮਤੀ ਕੱਪੜੇ ਮੈਂ ਕਦੇ ਨਹੀਂ ਦੇਖੇ, ਔਰ ਕਹਿੰਦੀ ਹੈ ਕਿ ਨਾ ਹੀ ਐਸੇ ਕੱਪੜਿਆਂ ਦੇ ਬਾਰੇ ਕਦੇ ਕਿਸੇ ਤੋਂ ਸੁਣਿਆ। ਕਹਿੰਦੀ ਹੈ ਕਿ ਕਿਸੇ ਪਾਤਸ਼ਾਹ ਟਿਗ ਹੋਏ ਕਿਦੋਂ ਨਾ ਹੈ ਚੀਨ। ਕੱਪੜੇ ਇੰਨੇ ਜ਼ਿਆਦਾ ਸੋਹਣੇ ਤੇ ਕੀਮਤੀ ਨੇ, ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਰਾਜੇ ਮਹਾਰਾਜੇ ਦੇ ਕੋਲ ਇਹ ਹੋਣਗੇ। ऊपर परे है महादमक परे हैं, चार कैसे किसु करे हैं, तरे है भाव बीन बीन। कोठे दे उपर सुकने पाए हुए ने जिन्हां दी बहुत वड्डी दमक है। कहंदी है कि पता नहीं किसी ने किन्ना ज्यादा धन ला के इन्हां नूं सुंदर बनाया होया, मानो कि कारीगरां ने बड़े चुन चुन के सोहणे जिहड़े कपड़े ने ना वो बनाए हुए। हुण दासी कर्मों नूं इस तरह कहंदी
कहे तेरी दराणी नू भाग लगे, आईया दौलतां बेशुमार ओदे, कमी उसनू किसे ना गल दिए, भरे जेवरां नाल पटारे ओदे। पाए कोठे ते कपड़े कड सारे, पाए कोठे ते कपड़े कड सारे, नजर मार के वेख मलारे ओदे। बादशाह कर नहीं करतार सिंगा, जो पदार्थ पास विचार ओदे। दासी कहती है कि इस तरह के कीमती सोहने कपड़े ते लगदा है बादशाह दे कोल भी नहीं हुंदे, तू जरा कोठे ते चढ़ के वेखते सही। सुन के शरीकण लगी है मन नीकन, अरूड़ी निज मंदिर पे सुंदर निहारियो। ग्रंथाकार भाई संतोख सिंह जी लिखते ने, सुनी है शरीकन ने पर उस नूं गल ये रता भी चंगी ना लगी। अरूड़ी निज मंदिर पे सुंदर निहारियो, उस नूं वेखण दे वास्ते फिर कर्मों अपने कोठे दे उत्ते चढ़ी है ते सुंदर कपड़ियां नूं उसने देखे। सूरज की जोत संग एक रंग होए रहो, जरी अंग अंग में न जरी जाए जा रहो। मानो के सूरज दी जोत दे नाल ਉਹ ਜਿਹੜੇ ਕੱਪੜੇ ਨੇ ਇੱਕ ਰੰਗ ਦੇ ਹੋਏ ਪਏ ਨੇ, ਜਰੀ ਅੰਗ ਅੰਗ में ना जरी जाए जा रहे हो। कर्मों मानो के सड़ी है, इस गल नूं देख के जरी ना जाए जा रहे हो, ये गल उस तो जरी ना गई, उसका हिरदा मानो के सड़ गए। चल मल चल कत आग सम लाग्यो नैन, बैन हूं ना बोल सके मन और फारियो। चिलमल चिलमल करदे कपड़े नूं देख के मानो के तन मानो अग लग गई है। बैन हूं ना बोल सके मानो और फारियो, बोल तां कुछ भी ना सके पर मानो ये जिहड़ी गल सी ना, ये उसनूं बड़ी दुखदाई लगी ते उसदे हिरदे नूं ये गल विन गई। कर्मों वेखणे दे लई चढ़ी कोठे, आगे उसनूं वेखदे सार लगी। ओ तां फड़ कलेजे नूं बैठ गई, सीने ईरखा सख्त कटार लगी। हिरदे तीवियां दे हुंदे बहुत होछे, हिरदे तीवियां दे हुंदे बहुत होछे, रोण कोठे उत्ते जार जार लगी। पृथ्वी चंद दे ताई करतार सिंगा, कहण बुरा ते भला हजार लगी। करतार सिंह जी कलासवाली लिखते ने कि औरतां दे हिरदे बड़े होछे हुंदे ने, नाले रोण लगी ते नाले अपने पति पृथ्वी चंद नूं बुरा भला कहण लगी। होई बिसम पार लीन दासी ने उतार तब, तारत उदासी मन मानो कित हारियो। बिसम पार हो गई है, कहण तो भाव है कि संभाल तो रहत हो गई है। उस वेले दासी ने फड़ के कोठे तो थले उतारिया, बहुत ज्यादा वड्डी उदासी नूं उसने धारण किया होया। मन मानो कि तहारियो, इस तरह लगता है कि जिवें अपने मन नूं किसे जुए दे विच हार आई हो। बैठी सारे दिन ओद बिगन पई है मन, रैन पारी जान के पृथ्विया धाम आयो है। सारा दिन इसे तरीके दे नाल बगैर किसी खुशी तो बैठी रही है व्याकुल होके। कर्मों जदों रात पई ते पृथ्विया फिर अपने घर परते। हीर बाल हाल को बुलाए के बेहाल को, कयो है किस ख्याल ते बिसाद बड़ो पायो है। जदों पृथ्विया घर आया ते वेखदा है कि कर्मों हालों बेहाल है, उस दे हाल नूं देख के कहंदा है किस ख्याल ते बिसाद बड़ो पायो है। कहंदा है कि किहड़ियां ख्यालां दे विच डुब्बी हुई है और तू बहुत ज्यादा जिहड़ा विसाद है ना उस नूं खड़ा कीता है, भाव के क्यों इस तरह दा दुख मन रही। कौन काज पाउण को बिगड़ गयो मौन करी, कैदों के संग लरी कै कछु गवायो है। पृथ्वी आण के अपनी घर वाली कर्मों नूं कहंदा है कि घर दा किहड़ा काम विगड़ गया है जेड़े करके तू चुप नूं धारण कीता होया। कैदों के संग लरी या तू किसे दे नाल लड़ पई है, कह कछु गवायो या कुछ गवा बैठी है। इस तरह क्यों बैठी है मुरझा के।
दीजे सो बताए सब चिंत को बिताए, अब कैसे पछताए मोर जाए समझायो। कहता है कि सारा कुछ समझा के दस कि तेरी चिंता का की कारण है, कैसे पछताए रही, तू क्यों पछता रही है और इस तरह क्यों मुरझा के बैठी है, समझाइयो, मैनू समझा के दस। सुन कैसा नेह सानी बानी निज कंत हूं की, कर्मो कहत पई रे सतार अतिया। ग्रंथाकार भाई संतोख सिंह जी लिखते ने कि अपने पति की स्नेह भरी गल नूं सुन के फिर कर्मों ने कहना शुरू किया, बहुत ही ज्यादा गुस्से नूं धारण करके। कहती है हमरे शरीक हूं के निकी निकी भेट आवे, चीर ताकी तीके हेर होए बिस्मतिया। ਕਰਮੋਂ ਕਹਿੰਦੇ ਆ ਕਿ ਸਾਡੇ ਸ਼ਰੀਕਾਂ ਦੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਅਰਪਣ ਕੀਤੀਆਂ ਜਾਂਦੀਆਂ ਨੇ। ਚੀਰ ਤਾਕੀ ਤੀ ਕੇ ਮਾਨੋ ਕਿ ਉਸ ਦੇ ਕੱਪੜਿਆਂ ਨੂੰ ਦੇਖ ਕੇ ਮੈਂ ਬਹੁਤ ਹੀ ਜ਼ਿਆਦਾ ਹੈਰਾਨ ਹੋਈ। ਚਲਾ ਚੱਲ ਚੱਲ ਕਤ ਡੀਠ ਨਾ ਠਹਿਰ ਸਕੈ, ਧੂਣੀ ਜੋ ਤੁਖਤ ਮਮ ਸੁਲਗਤ ਛਤੀਆ। ਕਹਿੰਦੀ ਆ ਕਿ ਉਹਨਾਂ ਦੀ ਜਿਹੜੀ ਕੱਪੜਿਆਂ ਦੀ ਝਿਲਮਲ ਝਿਲਮਲ ਦੀ ਚਮਕ ਹੈ ਉਹਦੇ ਤੇ ਮਾਨੋ ਕਿ ਮੇਰੀ ਨਜ਼ਰ ਨਹੀਂ ਠਹਿਰਦੀ। ਧੂਣੀ ਜੋ ਧੁਖਤ ਮਮ ਸੁਲਗਤ ਛਤੀਆ, ਜਿਸ ਤਰ੍ਹਾਂ ਧੂਣੀ ਧੁਖਦੀ ਹੈ ਇਸ ਤਰੀਕੇ ਦੇ ਨਾਲ ਕਹਿੰਦੀ ਹੈ ਕਿ ਮੇਰੀ ਛਾਤੀ ਸੁਲਗ ਰਹੀ ਹੈ, ਮੇਰੀ ਛਾਤੀ ਸੜਦੀ ਜਾ ਰਹੀ। ਹੋਏ ਹੈ ਬੜਾਈ ਨਿਤ ਹਮਾਰੀ ਕਟਾਈ ਬਾਤ, ਸਾਕਣ ਮੈਂ ਬਿਥਰ ਜਗਤ ਕਿਤ ਕਿਤਿਆ। ਕਹਿੰਦੀ ਹੈ ਕਿ ਉਹਨਾਂ ਦੀ ਨਿੱਤਾ ਪ੍ਰਤੀ ਵਡਿਆਈ ਹੋ ਰਹੀ ਹੈ ਤੇ ਸਾਡਾ ਛੋਟਾਪਣ ਹਰ ਇੱਕ ਦੇ ਵਿੱਚ ਜ਼ਾਹਰ ਹੁੰਦਾ ਜਾ ਰਿਹਾ ਹੈ। ਸਾਕਾਂ ਦੇ ਵਿੱਚ ਸਾਰੀ ਜਿਹੜੀ ਗੱਲ ਹੈ ਨਾ ਇਹ ਇਸੇ ਤਰੀਕੇ ਦੇ ਨਾਲ ਪਸਰੀ ਹੋਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਪ੍ਰਿਥੀ ਚੰਦ ਨੂੰ ਕਰਮੋਂ ਨੇ ਆਖਿਆ। ਭਾਈ ਰਾਤ ਪ੍ਰਿਥੀ ਚੰਦ ਘਰ ਆਇਆ, ਕਰਮੋਂ ਫੋਲ ਕੇ ਦੁੱਖ ਸੁਣਾਵਦੀਏ। ਮੂੰਹੋਂ ਡੁਸਕਦੀ ਰੋਵਦੀ ਅੱਖੀਆਂ ਤੋਂ ਤਿੱਖੇ ਤੀਰ ਜ਼ਬਾਨੋਂ ਚਲਾਵਦੀਏ। ਲੱਗੇ ਵੱਧ ਕੇ ਭਾਗ ਸ਼ਰੀਕਣੀ ਨੂੰ, ਲੱਗੇ ਵੱਧ ਕੇ ਭਾਗ ਸ਼ਰੀਕਣੀ ਨੂੰ, ਮੈਨੇ ਕਰਮਣ ਰਹੀ ਜਤਾਵਦੀਏ। ਉਹਦੇ ਘਰ ਨਾ ਕਮੀ ਕਰਤਾਰ ਸਿੰਘਾ, ਸਾਨੂੰ ਹਰ ਇੱਕ ਥੋੜਾ ਸਤਾਵਦੀਏ। ਕਰਮੋਂ ਪ੍ਰਿਥੀ ਚੰਦ ਨੂੰ ਕਹਿੰਦੀ ਹੈ ਕਿ ਸਾਨੂੰ ਤੇ ਹਰ ਤਰ੍ਹਾਂ ਦੀ ਥੁੜ ਸਤਾਉਂਦੀ ਹੈ, ਪਰ ਮੇਰੀ ਸ਼ਰੀਕਣੀ ਦੇ ਘਰ ਦੇ ਵਿੱਚ ਬਹਾਰਾਂ ਲੱਗੀਆਂ ਹੋਈਆਂ। ਕਰ ਤੇ ਪਿਤਾ ਕੀ ਸੇਵ ਪਾਵਤੇ ਸੁਪਤ, ਏਵ ਗੁਰਤਾ ਕੋ ਲੇਵ ਗੁਰਦੇਵ ਜਗ ਹੋਵਤੇ। ਹੁਣ ਕਰਮੋਂ ਸਾਰਾ ਜਿਹੜਾ ਦੋਸ਼ ਹੈ ਉਹ ਪ੍ਰਿਥੀ ਚੰਦ ਦੇ ਮੱਥੇ ਦੇ ਉੱਤੇ ਥੱਪਦੀ ਹੈ। ਕਹਿੰਦੀ ਹੈ ਕਰਤੇ ਪਿਤਾ ਕੀ ਸੇਵ ਪਾਵਤੇ ਸੁਪਦੇ। ਕਹਿੰਦੀ ਹੈ ਕਿ ਜੇਕਰ हे ਪਤੀ ਜੀ ਤੁਸੀਂ ਆਪਣੇ ਪਿਤਾ ਦੀ ਸੇਵਾ ਕਰਦੇ ਤੇ ਇਹ ਜਿਹੜੀ ਗੁਰਿਆਈ ਦੀ ਚੀਜ਼ ਹੈ ਨਾ ਇਹ ਤੁਹਾਨੂੰ ਪ੍ਰਾਪਤ ਹੁੰਦੀ ਤੇ ਅੱਜ ਤੁਸੀਂ ਅਰਜਨ ਦੀ ਜਗ੍ਹਾ ਦੇ ਉੱਤੇ ਗੁਰੂ ਬਣਦੇ। ਪਰ ਜੇਕਰ ਤੁਸੀਂ ਸੇਵਾ ਕਰਕੇ ਆਪਣੇ ਪਿਤਾ ਭਾਵ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਰਿਝਾਇਆ ਹੁੰਦਾ। ਛੂਛੇ ਰਹੇ ਜੇਠੇ ਤੁਮ ਬੈਠੇ ਕਰ ਬੈਠੇ ਰਹੋ, ਲੈ ਗਇਓ ਅਨਜ ਸੇ ਕਾਟੇ ਜੋਈ ਬੋਵਤੇ। ਹੁਣ ਕਰਮੋਂ ਕਹਿੰਦੀ ਹੈ ਕਿ ਤੂੰ ਭਾਵੇਂ ਵੱਡਾ ਭਰਾ ਸੀ ਪਰ ਤਾਂ ਵੀ ਤੂੰ ਸਖਣਾ ਰਹਿ ਗਿਆ, ਬੈਠੇ ਘਰ ਬੈਠੇ ਰਹੋ। ਹੁਣ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਵੜਿਆ ਰਹਿ। ਲੈ ਗਇਓ ਅਨਜ ਸੇ ਕਾਟੇ ਜੋਈ ਬੋਵਤੇ, ਤੇਰਾ ਛੋਟਾ ਭਰਾ ਤੇਰੇ ਅਧਿਕਾਰ ਨੂੰ ਲੈ ਗਿਆ। ਕਹਿੰਦੀ ਹੈ ਸਹੀ ਕਾਟੇ ਜੋਈ ਬੋਵਤੇ, ਜਿਸ ਤਰ੍ਹਾਂ ਦਾ ਕੋਈ ਬੋਂਦਾ ਹੈ ਨਾ ਉਸੇ ਤਰ੍ਹਾਂ ਦਾ ਕੱਟਦਾ ਹੈ। ਕਹਿਣ ਤੋਂ ਭਾਵ ਕਰਮੋਂ ਦਾ ਇਹ ਹੈ ਤੂੰ ਸੇਵਾ ਨਹੀਂ ਕੀਤੀ ਇਸ ਕਰਕੇ ਤੈਨੂੰ ਗੁਰਿਆਈ ਨਹੀਂ ਮਿਲੀ, ਤੇ ਅਰਜਨ ਨੇ ਸੇਵਾ ਕੀਤੀ ਤੇ ਉਹਨੂੰ ਗੁਰਿਆਈ ਮਿਲ ਗਈ। ਆਨ ਗਨ ਤਨ ਆਵੇ ਜਨ ਗਨ ਮਨ ਪਾਵੇ, ਮੋਦ ਮੈਂ ਸਮਾਵੇ ਹਮ ਦੀਨ ਹੋਏ ਰੋਵਤੇ। ਕਹਿੰਦੀ ਹੈ ਕਿ ਮੇਰੀ ਦਰਾਣੀ ਦੇ ਘਰ ਦੇ ਵਿੱਚ ਅਣਗਿਣਤ ਹੀ ਧਨ ਆਉਂਦਾ ਹੈ। ਜਨ ਗਣ ਮਨ ਭਾਵੇਂ, ਮਾਨੋ ਕਿ ਬਹੁਤੇ ਸਾਰੇ ਮਨਾਂ ਨੂੰ ਉਹ ਲੁਭਾਏਮਾਨ ਕਰ ਲੈਂਦਾ ਹੈ। ਮੋਦ ਮੈਂ ਸਮਾਵੇ, ਹਮੇਸ਼ਾ ਗੰਗਾ ਖੁਸ਼ੀਆਂ ਦੇ ਵਿੱਚ ਸਮਾਈ ਰਹਿੰਦੀ ਹੈ। ਹਮ ਦੀਨ ਹੋਏ ਰੋਵਤੇ, ਤੇ ਅਸੀਂ ਦੀਨ ਹੋ ਕੇ ਆਜਿਜ਼ ਹੋ ਕੇ ਗਰੀਬ ਹੋ ਕੇ ਰੋਂਦੇ ਰਹਿੰਦੇ। ਭਾਈ ਬਪਰੀਤ ਮਹ ਜਰੀ ਹੋ ਨਾ ਜਾਏ ਚੀਤ, ਤੁਮਰੀ ਅਨੀਤ ਹੇਰ ਸੁਖ ਮੈਂ ਨਾ ਸੋਵਤੇ।
ਕਰਮੋਂ ਕਹਿੰਦੀ ਹੈ ਕਿ ਸਾਰਾ ਕੁਝ ਵਿਪਰੀਤ ਹੋ ਗਿਆ, ਪੁੱਠਾ ਹੋ ਗਿਆ। ਜਰੀ ਹੋਣਾ ਜਾਏ ਚੀਤ, ਇਹ ਜਿਹੜੀ ਸਾਰੀ ਗੱਲ ਹੈ ਨਾ, ਮੇਰੇ ਦਿਲ ਤੋਂ ਸਹਾਰਨ ਨਹੀਂ ਕੀਤੀ ਜਾਂਦੀ। ਤੁਮਰੀ ਅਨੀਤ ਹੇਰ, ਤੇਰੀ ਅਨੀਤੀ ਨੂੰ ਦੇਖ ਕੇ ਸੁਖ ਮੇ ਨਾ ਸੋਵਤੇ, ਅਸੀਂ ਕਦੇ ਵੀ ਸੁਖ ਦੇ ਨਾਲ ਸੌਂਦੇ ਨਹੀਂ ਹਾਂ। ਕਹਿਣ ਤੋਂ ਭਾਵ ਕਰਮੋਂ ਦਾ ਇਹ ਹੈ ਕਿ ਦੋਸ਼ ਲਾ ਰਹੀ ਹੈ, ਜੇਕਰ ਤੂੰ ਸੇਵਾ ਕਰਦਾ ਤੇ ਗੁਰਿਆਈ ਤੇ ਤੂੰ ਬੈਠਾ ਹੁੰਦਾ, ਅੱਜ ਅਸੀਂ ਬਹਾਰਾਂ ਉਡਾਉਂਦੇ। ਇਸ ਸਾਰੇ ਕਲੇਸ਼ ਦੇ ਮੁੱਢ ਤੁਸੀਂ ਨੀਵੇਂ ਹੋ ਕੇ ਪਿਤ ਸੇਵ ਕਮਾ ਲੈਂਦੇ। ਦੂਰ ਕਰ ਹੰਕਾਰ ਨੂੰ ਹੋ ਨੀਵੇਂ, ਗੁਰਿਆਈ ਦੀ ਗੱਦੀ ਜੇ ਪਾ ਲੈਂਦੇ। ਆਉਂਦੇ ਸਭ ਪਦਾਰਥ ਘਰ ਸਾਡੇ, ਆਉਂਦੇ ਸਭ ਪਦਾਰਥ ਘਰ ਸਾਡੇ, ਜੋ ਚਾਹੁੰਦੇ ਅਸੀਂ ਬਣਾ ਲੈਂਦੇ। ਕਿਉਂ ਹੋਂਦੇ ਦੁਖੀ ਕਰਤਾਰ ਸਿੰਘਾ, ਗੁਰੂ ਪਿਤਾ ਜੀ ਤਾਈਂ ਰਿਝਾ ਲੈਂਦੇ। ਕਰਮੋਂ ਕਹਿੰਦੀ ਹੈ ਕਿ ਜੇ ਤੁਸੀਂ ਗੁਰੂ ਪਿਤਾ ਨੂੰ ਰਿਝਾ ਲੈਂਦੇ ਤੇ ਇਹ ਸਾਰਾ ਕੁਝ ਅੱਜ ਆਪਣਾ ਹੋਣਾ ਸੀ, ਜਿਹੜਾ ਕਿ ਸਾਡੇ ਸ਼ਰੀਕਾਂ ਦਾ। ਭਾਰ ਜਾਬੇ ਲੋਕ ਕੇ ਸੋ ਸ਼ੋਕ ਵਿੱਚ ਔਖ ਕੇ ਸੋ ਕਰਨ ਪ੍ਰਸੰਨ ਤੇ ਸਬਾਖ ਕੋ ਬਖਾਨਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਨੇ ਆਪਣੀ ਘਰਵਾਲੀ ਦੀਆਂ ਗੱਲਾਂ ਨੂੰ ਸੁਣਿਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਸੋਗ ਦੇ ਵਿੱਚ ਡੁੱਬੀ ਹੋਈ ਹੈ। ਸੋ ਪ੍ਰਸੰਨ ਕਰ ਤਿਸ ਕੋ, ਉਸ ਨੂੰ ਪ੍ਰਸੰਨ ਕਰਨ ਦੇ ਵਾਸਤੇ ਬਾਗ ਕੋ ਬਖਾਨਿਓ। ਫਿਰ ਪ੍ਰਿਥੀ ਚੰਦ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਚਿੰਤਾ ਚਿਤ ਦੂਰ ਕਰ, ਦੁੱਖ ਕੋ ਬਿਦਾਰ ਦੂਰ, ਜਾਨੀਏ ਨਾ ਕੂਰ, ਲੇਹੋ ਸਾਚ ਮਨ ਮਾਨਿਓ। ਉਸ ਵੇਲੇ ਪ੍ਰਿਥੀ ਚੰਦ ਕਹਿੰਦਾ ਕਿ ਚਿੰਤਾ ਨੂੰ ਚਿੱਤ ਤੋਂ ਦੂਰ ਕਰ ਦੇ, ਸਾਰਿਆਂ ਦੁੱਖਾਂ ਨੂੰ ਖਦੇੜ ਕੇ ਦੂਰ ਕਰ ਦੇ। ਜਾਨੀਏ ਨਾ ਕੂਰ, ਲੇਹੋ ਸਾਚ ਮਨ ਮਾਨਿਓ। ਮੇਰੀ ਗੱਲ ਜੋ ਮੈਂ ਕਹਿਣ ਲੱਗਾ ਹਾਂ, ਇਸ ਨੂੰ ਤੂੰ ਝੂਠ ਨਾ ਸਮਝੀ। जीवत है जावत सुपावत उपायन को, सम्मत कितक होए अर्जन हानियो। ਪ੍ਰਿਥੀ ਚੰਦ ਕਹਿੰਦਾ ਕਿ ਜਿੰਨਾ ਚਿਰ ਅਰਜਨ ਜਿਉਂਦਾ ਹੈ ਉਹਨਾਂ ਚਿਰ ਤੱਕ ਹੀ ਭੇਟਾਂ ਨੇ, ਉਹਨਾਂ ਚਿਰ ਤੱਕ ਹੀ ਸੰਗਤ ਹੈ। ਕਹਿੰਦਾ ਕਿ ਕਿੰਨੇ ਕੁ ਵਰੇ ਹੋਰ ਅਰਜਨ ਜਿਉਂਦਾ ਰਹੇਗਾ, ਜਦੋਂ ਅਰਜਨ ਖਤਮ ਤੇ ਸਾਰਾ ਕੁਝ ਖਤਮ। ਜਨਮੇ ਨ ਸੁਤ ਮ੍ਰਿਤ ਪਾਛੇ ਹਮ ਹੋਏ ਹਿਤ, ਭਾਵੇਂ ਗੋਰਿਆਈ ਕੋ ਜੋ ਪਦ ਹੈ ਮਹਾਨਿਓ। ਪ੍ਰਿਥੀ ਚੰਦ ਕਹਿੰਦਾ ਕਿ ਆਖਰਕਾਰ ਅਰਜਨ ਕਿੰਨਾ ਕੁ ਚਿਰ ਜਿਉਂਦਾ ਰਹੇਗਾ, ਜਦੋਂ ਮਰ ਜਾਏਗਾ ਤੇ ਉਸ ਤੋਂ ਬਾਅਦ ਗੁਰਿਆਈ ਸਾਡੀ ਹੋਵੇਗੀ, ਕਿਉਂਕਿ ਜਨਮੇ ਨਾ ਸੁਤ, ਉਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਪੈਦਾ ਨਾ ਹੋਇਆ ਤੇ ਨਾ ਹੀ ਅੱਗੇ ਹੋਣਾ। ਮ੍ਰਿਤੂ ਪਾਛੇ ਹੋਏ ਹਮ ਹਿਤ, ਇਸ ਦੀ ਮੌਤ ਤੋਂ ਪਿੱਛੋਂ ਸਾਡਾ ਭਲਾ ਹੋਏਗਾ। ਭਾਵੇਂ ਗੁਰਿਆਈ ਕੋ ਜੋ ਪਦ ਹੈ ਮਹਾਨਿਓ, ਅਸੀਂ ਗੁਰਿਆਈ ਦੀ ਪ੍ਰਾਪਤੀ ਕਰਾਂਗੇ, ਜਿਹੜਾ ਕਿ ਮਹਾਨ ਪਦ ਹੈ। ਆਨੰਦ ਕੇ ਆਨੰਦ ਬਿਨ ਵਸਤ ਬਿਲੰਦ ਗਣ, ਭਰਿਓ ਜੋ ਸਦਨ ਸਭ ਆਪਣੋ ਹੀ ਜਾਣੀਐ। ਕਰਮੋਂ ਨੂੰ ਪ੍ਰਿਥੀ ਚੰਦ ਕਹਿੰਦਾ ਕਿ ਪੁੱਤਰ ਤੋਂ ਬਗੈਰ ਜਿੰਨਾ ਵੀ ਆਨੰਦ ਹੈ, ਜਿੰਨੀਆਂ ਵੀ ਵਸਤੂਆਂ ਨੇ, ਇਹ ਕਿਸੇ ਵੀ ਕੰਮ ਦੀਆਂ ਨਹੀਂ ਹਨ। ਮਾਨੋ ਕਿ ਉਹ ਤੇ ਸਿਰਫ ਘਰ ਨੂੰ ਭਰੀ ਜਾ ਰਹੇ ਨੇ, ਇਸ ਤੋਂ ਬਾਅਦ ਸਭ ਆਪਣੋ ਹੀ ਜਾਣੀਏ, ਇਹ ਸਾਰਾ ਕੁਝ ਆਪਣਾ ਹੀ ਹੋਣਾ। ਮਾਲਕ ਨਾ ਔਰ ਬੈਠ ਠੌਰ ਜੇ ਸੰਭਾਰੇ ਸੋ, ਜਾਂ ਤੇ ਹਮ ਲੇਹਗੇ ਨਾ ਦੇਹ ਆਣ ਮਾਨੀਏ। ਕਹਿੰਦਾ ਹੈ ਕਿ ਮਾਲਕ ਤੇ ਇਹਨਾਂ ਦਾ ਕੋਈ ਨਹੀਂ, ਇਹਨਾਂ ਦੇ ਘਰ ਤੇ ਔਲਾਦ ਹੀ ਕੋਈ ਨਹੀਂ ਹੈ। ਤੇ ਦੂਸਰੇ ਪਾਸੇ ਸਾਡੇ ਘਰ ਦੇ ਵਿੱਚ ਪਿੱਛੇ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਮਿਹਰਵਾਨ ਪੁੱਤਰ ਨੇ ਜਨਮ ਲਿਆ, ਔਰ ਮਿਹਰਵਾਨ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਨੇਹ ਵੀ ਬਹੁਤ ਕੀਤਾ, ਪਿਆਰ ਵੀ ਬੜਾ ਕੀਤਾ। ਇਹ ਵੀ ਗ੍ਰੰਥਾਕਾਰ ਜੀ ਨੇ ਜ਼ਿਕਰ ਕੀਤਾ ਸੀ। ਕਹਿੰਦਾ ਕਿ ਸਾਡੇ ਘਰ ਮਿਹਰਵਾਨ ਪੁੱਤਰ ਹੈ, ਪਰ ਅਰਜਨ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ। ਇਹ ਜਿੰਨਾ ਵੀ ਕੁਝ ਹੈ ਨਾ, ਅਰਜਨ ਦੀ ਮੌਤ ਤੋਂ ਬਾਅਦ ਇਹ ਸਾਰੇ ਦਾ ਸਾਰਾ ਸਾਡਾ ਹੋਵੇਗਾ, ਅਸੀਂ ਸਾਰਾ ਕੁਝ ਸਾਂਭ ਲਾਂਗੇ। ਸਾਗਰ ਪਦਾਰਥ ਅਕਾਰਤ ਸਪੂਤ ਬਿਨ, ਹਮ ਕੋ ਸਕਾਰਥ ਬਣੇ ਪਹਿਚਾਨੀਏ। ਕਹਿੰਦਾ ਕਿ ਪੁੱਤਰ ਤੋਂ ਬਗੈਰ ਇਹ ਸਾਰੇ ਦੇ ਸਾਰੇ ਜਿੰਨੇ ਵੀ ਪਦਾਰਥ ਨੇ, ਇਹ ਉਹਨਾਂ ਦੇ ਵਾਸਤੇ ਬੇਕਾਰ ਨੇ। ਹਮ ਕੋ ਸਕਾਰਥ ਬਣੇ ਪਹਿਚਾਨੀਏ, ਪਰ ਸਾਡੇ ਵਾਸਤੇ ਸਕਾਰਥੇ ਹੋਣਗੇ, ਕਿਉਂਕਿ ਸਾਡੇ ਘਰ ਔਲਾਦ ਹੈ, ਸਾਡਾ ਪੁੱਤਰ ਹੈ। ਕੋ ਦਿਨ ਬੜਾਈ ਜਰੋ ਹੇਰ ਕੇ ਨਾ ਜਰੋ ਤੇ, ਜਰਹੀਨ ਜਰ ਕਿਸ ਕਾਜ ਕੀ ਬੇਗਾਨੀ ਹੈ। ਕਰਮੋਂ ਨੂੰ ਸਮਝਾਉਂਦਾ ਹੈ ਪ੍ਰਿਥੀ ਚੰਦ, ਕਹਿੰਦਾ ਕਿ ਕੁਝ ਦਿਨ ਇਸ ਵਡਿਆਈ ਨੂੰ ਜਰ ਲੈ,
फेर के उसनू दे के ना सड़। जर हिन जर किस काज की बेगानी है। भाव के दौलत जिहड़ी है ना वो पुत्र तो बगैर किहड़े काम दी है। इस करके ये ते मानो बेगानी है, उन्हां दी नहीं है, ये ते साडी है। इस तरीके दे नाल उस वेले कर्मों नूं आख्या है प्रिथी चंद ने। गल्लां सुन के आखदा दुखी ना हो, ये समझ लै सब समान तेरे। अणसा अर्जन दे कर होवनी नहीं, होया कर पुत्र मेहरबान तेरे। बिना पुत्रा दौलतां कम केड़े, इन्हां आमदी विच ध्यान तेरे। 4 दिनां दे पिछों करतार सिंगा, सारे साज समान मकान तेरे। ਪ੍ਰਿਥੀ ਚੰਦ ਕਰਮੋਂ ਨੂੰ ਕਹਿੰਦਾ ਕਿ 4 ਦਿਨਾਂ ਦੀ ਖੇਡ ਹੈ। ਅਰਜਨ ਦੀ ਮੌਤ ਤੋਂ ਬਾਅਦ ਇਹ ਸਾਰੇ ਮਕਾਨ, ਇਹ ਸਾਰਾ ਕੁਝ ਤੇਰਾ ਹੀ ਹੋ ਜਾਣਾ, ਉਹਦਾ ਕੁਝ ਵੀ ਨਹੀਂ ਰਹਿਣਾ। ਇਸ ਤਰੀਕੇ ਦੇ ਨਾਲ ਉਸ ਵੇਲੇ ਕਰਮੋਂ ਨੂੰ ਆਖਿਆ ਪ੍ਰਿਥੀ ਚੰਦ ਨੇ। ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਕਵੀਸ਼ਰ ਕਵੀ ਜੀਵਨ ਸਿੰਘ ਜੀ ਨੇ ਇਸ ਕਥਾ ਨੂੰ ਆਪਣੀ ਕਲਮ ਦੇ ਨਾਲ ਬਿਆਨ ਕੀਤਾ ਹੈ। ਕਵੀਸ਼ਰੀ ਦੇ ਰੂਪ ਦੇ ਵਿੱਚ ਕਰਮੋਂ ਦੇ ਔਰ ਉਸ ਦੇ ਪਤੀ ਪ੍ਰਿਥੀ ਚੰਦ ਦੇ किस तरह के सवाल जवाब होए ने, उन्होंने अपनी कलम के नाल कवि जीवन सिंह जी ने इस तरीके दे नाल अंकित किया। कहंदी करम पति दे ताई बोल के, कहंदी करम पति दे ताई बोल के, गल्लां करन लगी ए दिल खोल के, नाले अखियां विखावे हंजू डोल के। कहंदी आया जे ख्याल मेरी भी निमाणी दा, मेरे हिरदे च सल वसदी दराणी दा, मेरे हिरदे च सल वसदी दराणी दा। कानू करम वगावे नैनो नीरनी, कानू करम वगावे नैनो नीरनी। सुनी गल मेरी तार के तू तीरनी, तेरे पुत्र ने बन जाना पीरनी। रखी एको मेरा याद नुकता ज्ञान दा, सारा धन माल है नी तेरे मेहरबान दा, सारा धन माल है नी तेरे मेहरबान दा। अज कोठे उत्ते चढ़ी सां विहार नू, अज कोठे उत्ते चढ़ी सां विहार नू। छाती मारी मैं गंगा दे घर बार नू, जरी बादले दे लगे होया बार नू, जरी बादले दे लगे होया बार नू। जिवें सजिया महल किसे महारानी दा, मेरे हिरदे च सल वसदी दरानी दा, मेरे हिरदे च सल वसदी दरानी दा। सारा भोलिए गवा दे साड़ा दिल दा, सारा भोलिए गवा दे साड़ा दिल दा। भाग असां दा उन्हां दे ताईं मिलदा, कर भरम जराना एक तिल दा, कर भरम जराना एक तिल दा। प्यार जोड़दा ही सुख तेरी संतान दा, सारा धन माल है नी तेरे मेहरबान दा, सारा धन माल है नी तेरे मेहरबान दा। गली बाती मेरा दिल हो तराव दे, गली बाती मेरा दिल हो तराव दे। तुसी सेवा कर पिता नू रिझाव दे, बैठे गद्दी उत्ते चरण पूजवाव दे, बैठे गद्दी उत्ते चरण पूजाव दे। मेले मक्खन न पाइए रेड़का जे पानी दा, मेरे हिरदे च सल वसदा दरानी दा, मेरे हिरदे च सल वसदा दरानी दा। सेवा मैं भी कोई कीती नहीं ओ कटनी, सेवा मैं भी कोई कीती नहीं ओ कटनी। है अर्जन चलाक वांग नटनी, वाला छला नाल मैनू गया कटनी, वाला छला नाल मैनू गया कटनी। विचों सिप लाते उतों मिठा है जबान दा, सारा धन माल है नी तेरे मेहरबान दा, सारा धन माल है नी तेरे मेहरबान दा। भला भेद जे सच्चाई वाला खुलदा, भला भेद जे सच्चाई वाला खुलदा। चौर छतर तुसां दे सिर झुलदा, घर असां दे पदार्थ भी रुलदा, घर असां दे पदार्थ भी रुलदा। पौन बदलाओ रब कोलो वंड कानी दा, मेरे हिरदे च सल वसदी दरानी दा, मेरे हिरदे च सल वसदी दरानी दा। रब बेईमानियां नू रड़े रखदा, रब बेईमानियां नू रड़े रखदा। नूर उन्हां कोल है नी कोई अखदा, बंदा पुत्र बगैर नहीं ओ कख दा, बंदा पुत्र बगैर नहीं ओ कख दा।
जाने औंतरे ओ मेला छड़ के जहान दा, सारा धन माल है नी तेरे मेहरबान दा, सारा धन माल है नी तेरे मेहरबान दा। रब तुसां दी जबान सच्ची कर जै, रब तुसां दी जबान सच्ची कर जै, दिल मेरा भी खुशी दे नाल भर जाए। गंगा सैक दी औलाद ताई मर जाए, गंगा सैक दी औलाद ताई मर जाए। वेखां अखां नाल मन टुटदा गुमानी दा, मेरे हिरदे च सल वसदी दरानी दा, मेरे हिरदे च सल वसदी दरानी दा, मेरे हिरदे च सल वसदी दरानी दा। इस तरीके दे नाल पेश कीता है कवि जीवन सिंह जी ने इस घटना नूं। करमों ने आख्या कि सल वसदा है दरानी दा, ते उस तो अगों जवाब दिता है प्रिथी चंद ने कि तू काली ना पै, अर्जन की मौत तो बाद ये सारा कुछ साडा ही होए। यों पृथ्वीए कह धीरज दीनस, हो सचेत न चिंत धरी जै। ग्रंथाकार भाई संतोख सिंह जी कहते ने कि इस तरीके दे नाल बचन कह के अपनी घर वाली करमों नूं धीरज दिता है और कहता है हो सचेत ना चिंत धरीजै, तू सुचेता नूं धारण कर, चिंता नूं धारण ना कर। बीत गई अब हाथ न आवत, पाछल बात न याद करी जै। प्रिथी चंद करमों नूं कहता है कि जो समा बीत गया है उस नूं याद ना कर, क्योंकि लंघिया होया समा कदे भी हथ दे विच वापस नहीं आउंदा। कहंदा पाछल बात ना याद करी जाए, पिछलियां लंघ चुकियां गल्लां नूं कदे याद ना कर। अपनी संगत ते बित आवत, ले खर्चो पट चार बनी जाए। प्रिथी चंद कहंदा है कि जिस तरह अर्जन दी संगत है, थोड़ी बहुती साडी भी इसे तरह की संगत है। उन्हां तो जेड़े पैसे आउंदे ने उन्हां दे नाल सोहणे कपड़े बना लै और उन्हां दा जिन्ना जी करदा है तू खर्च कर लै। जेर जवाहर जेवर को कर, तेवर जेवर को पहरी जाए। प्रिथी चंद करमों नूं कहंदा है कि जे तू नहीं रह सकदी, जिन्ना जी करदा तू जेवरां नूं बना लै, जिन्ना जी करदा उन्ना पैसों का खर्च कर लै, मैं तेनों कदे नहीं रोकांगा। इत्यादक कहतिया को कर प्रसन्न ते जिया, रल की नस कूरी रली होए निश्चय लख लिया। ग्रंथाकार भाई संतोख सिंह जी लिखते ने कि इस तरीके दीयां गल्लां कह के अपनी तीया नूं अपनी औरत नूं प्रिथी चंद ने प्रसन्न कीता। रल कीनस कूरी रली होए निश्चय लख लिया। मानो कि जिहड़ी कूड़ी है, जिहड़ी झूठी खुशी है ना, वो दोवां ने मिलके मनाई है। होए निश्चय लख लिया, जो कुछ उन्होंने सोचा है वो ये सोचते हैं कि निश्चित रूप दे विच ऐसा ही होना है। अर्जन की मौत तो बाद सारा कुछ साडा होना है। कवि जी कहते हैं कि झूठी व्योत है, इस तरह उन्होंने सच्ची समझी। बुरा चितव कर अपर को, आपन आनंद ठान, प्रभु विपर्जय करत तिस, ए तो बिदत जहान। ग्रंथाकार भाई संतोख सिंह जी लिखते ने बुरा चितव कर अपर को, बुरा चितव्या है उन्होंने किसी होर दा, को आपन आनंद ठान ते अपने आप दे विच खुशी मनी है। प्रभु विपर्जय करत तिस, ये तो बिदत जहान। ग्रंथाकार भाई संतोख सिंह जी लिखते ने ये ते गल दुनिया दे विच मशहूर है कि जिहड़ा दूसरे दा माड़ा सोचदा ओहदा कदे भी भला नहीं हुंदा। कहंदे ने कि प्रभु अपने आप ही उसदा बुरा करदा है जिहड़ा किसी दा बुरा करदा है। जिहड़ा किसी दे वास्ते टोआ पुੱਟਦਾ है, रब उस दे वास्ते पहले उसदा इंतजाम करके रखदा है। हुण ग्रंथाकार भाई संतोख सिंह जी कहंदे ने बुरा चितव्या है ते बड़ी खुशी मनाई है दोवां ने, पर वो नहीं जानते कि प्रभु विपर्जय करदा है जिहड़े दूसरे दे विपर्जय करदे ने, जिहड़े दूसरे दी हानि करनी चाहुंदे ने उन्हां दी हानि प्रभु स्वयं खुद करदा है। इस गल तो अणजाण ने ग्रंथाकार भाई संतोख सिंह जी इस जगह के उत्ते अपने अध्याय की समाप्ति करते हैं। दूसरे पासे समा भी समाप्त हो चुका है। कल नूं नवे अध्याय दे नाल
जिस तरीके दे नाल कवि जी इस अगे कथा नूं बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उसे तरह वरतेगी। जिन्नियां ही अर्जां करदा होया मैं इत्थे ही कथा नूं विश्राम दे के सारी साध संगत तो खिमा दा दे। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निधान जाकै सदा विवेक, हे अपरंपर हर हरे है पी होवन हार, हे संतह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट होय ताही कुल को नाम, पुन द्वादश गुरिंड को मेरी है प्रणाम।